जेकर गल की जाए तो बादल परिवार या फिर बादलों की सरकार या फिर साबका सीएम प्रकाश सिंह बादल एक वड्डा नाम ने ਤਾਂ ਹੁਣ ਜਿਹੜੀ ਹੈ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਗ੍ਰਿਫਤਾਰੀ ਦੀ ਤਲਵਾਰ ਵੀ ਜ਼ਰੂਰ ਲਟਕਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਐਸਆਈਟੀ ਦੇ ਵੱਲੋਂ ਜਿਹੜੀ 7000 ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਗਈ ਹੈ ਉਸ ਤੋਂ ਬਾਅਦ ਕੱਲ ਵੀ ਇੱਕ ਜਿਹੜਾ ਹੈ ਗਾਊਂ ਜ਼ਮਾਨਤ ਦੀ ਪਟੀਸ਼ਨ ਸੀ ਉਸ ਨੂੰ ਲੈ ਕੇ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਹੈ ਕਿਤੇ ਨਾ ਕਿਤੇ ਸ਼ਸ਼ਪੰਜ ਦੀ ਸਥਿਤੀ ਬਿਲਕੁਲ ਬਰਕਰਾਰ ਹੈ ਤੇ ਹੁਣ ਮੇਰਾ ਸਵਾਲ ਇਹ ਹੈ ਕਿ ਜਿਹੜਾ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਅਸਰ ਪਵੇਗਾ ਉਹ ਇੱਕ ਪਾਸੇ ਪਰ ਸਿਆਸਤ ਦੇ ਵਿੱਚ ਇਸ ਨੂੰ ਕਿਸ ਤਰ੍ਹਾਂ ਕਿ ਇਹਨਾਂ ਦੇ ਇਸ ਕਾਰਜਕਾਲ ਦੌਰਾਨ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਜੀ ਬਾਈਬਲ ਕਲਾ ਗੋਲੀ ਕਾਂਡ 'ਚ ਹੋਇਆ ਨਾ ਤਾਂ ਇਹਨਾਂ ਨੇ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਿਆ ਨਾ ਉਸ ਵੇਲੇ ਕੋਈ ਦੋਸ਼ੀਆਂ ਨੂੰ ਸਜ਼ਾ ਦਿੱਤੀ ਫਿਰ ਹੋਰ ਦੱਸ ਦਿੰਦਾ ਇੱਕ ਮੈਂ ਕਿ ਇਹਨਾਂ ਨੇ ਆਪ ਹੀ ਸਾਰੇ ਕੁਝ ਬਾਰੇ ਇੱਕ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ ਸੀਗਾ ਉਹਦੀ ਰਿਪੋਰਟ ਵੀ ਲਾਗੂ ਨਹੀਂ ਕੀਤੀ ਉਹਦੀ ਰਿਪੋਰਟ ਵੀ ਲਾਗੂ ਕਰਨ ਦੇ ਤਾਂ ਸ਼ਾਇਦ ਲੋਕ ਜਿਹੜੇ ਇਹਨਾਂ ਨੂੰ ਮੁਆਫ ਕਰਨ ਦੇ ਆਪਾਂ ਤੋਂ ਅੱਗੇ ਚੱਲ ਜਾਈਏ ਕਿ ਜਿਹੜਾ ਡੇਰਾ ਸਿਰਸਾ ਸਾਧ ਆ ਉਹਨੇ ਜਿਹੜਾ ਸਵਾਂਗ ਰਚਿਆ ਸੀਗਾ ਉਹ 'ਤੇ ਵੀ ਦੋਸ਼ ਲੱਗੇ ਸੀ ਕਿ ਇਹਨਾਂ ਨੇ ਰਚਾਇਆ ਸਾ ਇਹਨਾਂ ਨੇ ਫਿਰ ਮਾਫੀ ਕਰਤੀ ਜੇ ਉਸ ਵੇਲੇ ਵੀ ਇਹ ਨਿਰਪੱਖ ਰੋਲ ਅਦਾ ਕਰ ਜਾਂਦੇ ਤਾਂ ਸ਼ਾਇਦ ਅਜਿਹਾ ਕੁਝ ਨਹੀਂ ਹੁੰਦਾ ਹੈਗਾ अन्नदाता कहने वाले किसान जिन्हों के वालों बहुत बार जड़ियाँ खुदकुशियां कर लिया जांदियां ने हालांकि खुदकुशी करने को किसी का भी इदा दिल नहीं करता जो कोई पानी कहते सिरों टप जाता तां ही खुदकुशियां दे वल जाते हैं वो फिर चाहे कर्जा लोड़ तो वध जोड़ा चढ़ जाए कई बार फसलों की अजिही मार उन्होंने उत्ते पै जाती है जिस करके उन्होंने जोड़ा खुदकुशी करनी पै जाती है तो अजिहे सब चलते हैं सरकारों के वालों किसानों को मुआवजे दिते जाते हैं पर हाले तक कोई अजिही खबर नहीं सामने कि आम आदमी पार्टी की सरकार के वालों अजिहे मुद्दों को लैके कोई मुआवजा दिता जे ਆਪਾਂ ਖੇਤੀਬਾੜੀ ਵਿਭਾਗ ਜਿਹੜੀ ਪੰਜਾਬ ਸਰਕਾਰ ਦਾ ਵਿਭਾਗ ਆ ਉਹਦੇ ਅੰਕੜੇ ਦੀ ਗੱਲ ਕਰ ਲਈਏ ਤਾਂ ਪਿਛਲੇ ਸਾਲਾਂ ਦੌਰਾਨ 1403 ਕਿਸਾਨਾਂ ਨੇ ਆਪਣੀ ਜੀਵਨ ਲੀਲਾ ਖਤਮ ਕੀਤੀ ਆ ਤੇ 403 ਮਜ਼ਦੂਰ ਅਜਿਹੇ ਆ ਜਿਨ੍ਹਾਂ ਨੇ ਮੌਤ ਨੂੰ ਗਲੇ ਲਾ ਲਿਆ ਸੋ ਟੋਟਲ ਜਿਹੜੇ 1806 ਮਜ਼ਦੂਰ ਤੇ ਕਿਸਾਨ ਜਿਨ੍ਹਾਂ ਨੇ ਸੁਸਾਈਡ ਕੀਤਾ ਉਹਨਾਂ ਵਿੱਚੋਂ ਸਿਰਫ 939 ਨੂੰ ਮੁਆਵਜ਼ਾ ਮਿਲਿਆ ਭਾਵ ਅੱਧਿਆਂ ਨੂੰ ਹੀ ਮਿਲਿਆ ਅਗਲੀ ਗੱਲ ਇਹ ਕਿ ਮੈਂ ਇਹ ਦੱਸਦਾ ਕਿ ਇਹ ਉਹ ਅੰਕੜੇ ਆ ਜਿਹੜੇ ਸਰਕਾਰ ਦੇ ਆਪਣੇ ਆ ਇਹ ਅੰਕੜੇ ਅਣਅਧਿਕਾਰਤ ਤੌਰ ਤੇ ਬਹੁਤ ਜ਼ਿਆਦਾ ਹੋ ਸਕਦੇ ਆ ਕਿਉਂਕਿ ਆਪਾਂ ਜੇ ਕਹਿ ਲਈਏ ਪਿਛਲੇ ਸਾਲਾਂ ਦੌਰਾਨ ਸਿਰਫ 1806 ਕਿਸਾਨਾਂ ਨੇ ਮੌਤ ਨੂੰ ਗਲੇ ਲਾਇਆ ਇਹ ਵੀ ਸੱਚ ਨਹੀਂ ਹੈਗਾ ਹੁਣ ਮੈਂ ਇੱਥੇ ਦੱਸਦਾ ਕਿ ਸਰਕਾਰੀ ਅੰਕੜੇ ਇਹ ਵੀ ਕਹਿੰਦੇ ਆ ਕਿ ਹੁਣ ਤੱਕ ਮੁਆਵਜ਼ੇ ਦੀ ਜਿਹੜੀ ਰਾਸ਼ੀ ਆ ਕੁੱਲ ਉਹ 2605 ਕਰੋੜ ਵੰਡੀ ਜਾ ਚੁੱਕੀ ਆ पंजाबी यूनीवर्सिटी ਨੂੰ ਲੈ ਕੇ ਵੀ ਹਰ ਵਾਰ ਜਿਹੜਾ ਕਈ ਚਰਚਾਵਾਂ ਛਿੜ ਕੇ ਹੀ ਰਹਿ ਜਾਂਦੀਆਂ ਨੇ ਪਰ ਕਈ ਤਰ੍ਹਾਂ ਦੇ ਮੁੱਦੇ ਆ ਜਿਹੜੇ ਅੱਜ ਵੀ ਪੰਜਾਬੀ ਯੂਨੀਵਰਸਿਟੀ ਦੇ ਨਾਲ ਜੁੜੇ ਹੋਏ ਹੱਲ ਨਹੀਂ ਹੋ ਰਹੇ ਸਭ ਤੋਂ ਵੱਡਾ ਧਮਾਕਾ ਉਦੋਂ ਹੋ ਗਿਆ ਜਦੋਂ ਯੂਨੀਵਰਸਿਟੀ ਦੇ ਵੀਸੀ ਜਿਹੜੇ ਪ੍ਰੋਫੈਸਰ ਅਰਵਿੰਦ ਹੈਗੇ ਨੇ ਉਹਨਾਂ ਨੇ ਇੱਕ ਤਰ੍ਹਾਂ ਹੱਥ ਖੜੇ ਕਰਤੇ ਜਾਂ ਉਹਨਾਂ ਨੇ ਦੱਬਵੇਂ ਸ਼ਬਦੀ ਇਹ ਕਹਿ ਦਿੱਤਾ ਕਿ ਜੇ ਸਰਕਾਰ ਪੈਸੇ ਨਹੀਂ ਦਿੰਦੀ ਤਾਂ ਯੂਨੀਵਰਸਿਟੀ ਨਹੀਂ ਚੱਲੂਗੀ ਉਹਨੂੰ ਲੈ ਕੇ ਯੂਨੀਵਰਸਿਟੀ ਦਾ ਗੇਟ ਬੰਦ ਹੋ ਗਿਆ ਧਰਨੇ ਹੋ ਗਏ ਸਟ੍ਰਾਈਕ ਹੋ ਗਏ ਜਿਹਦੇ ਵਿੱਚ ਟੀਚਰ ਵੀ ਸ਼ਾਮਲ ਹੋ ਗਏ ਨਾਨ ਟੀਚਰ ਵੀ ਸ਼ਾਮਲ ਹੋ ਗਏ ਤੇ ਵਿਦਿਆਰਥੀ ਵੀ ਉਸ ਤੋਂ ਬਾਅਦ ਕੱਲ ਹਰਪਾਲ ਸਿੰਘ ਚੀਮਾ ਖਜ਼ਾਨਾ ਮੰਤਰੀ ਜਿਹੜੇ ਕਿ ਉਸ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਆ ਉਹ ਕੱਲ ਪ੍ਰੋਫੈਸਰ ਅਰਵਿੰਦ ਵੀਸੀ ਨਾਲ ਮੁਲਾਕਾਤ ਕਰਨ ਲਈ ਪਹੁੰਚ ਗਏ ਹੁਣ ਚੀਮਾ ਨੇ ਇਹ ਕਹਿ ਦਿੱਤਾ ਕਿ ਪਿਛਲੀਆਂ ਸਰਕਾਰਾਂ ਕਿਉਂਕਿ 200 ਕਰੋੜ ਦਿੰਦੀਆਂ ਸੀਗੀਆਂ ਅਸੀਂ ਤੁਹਾਨੂੰ 200 ਕਰੋੜ ਦੇ ਦਾਂਗੇ ਸਕਾਈ ਨਿਊਜ਼ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਹਾਂ ਮਮਤਾ ਤੁਹਾਡੇ ਨਾਲ ਉਮੀਦ ਹੈ ਤੁਸੀਂ ਸਾਰੇ ਤੰਦਰੁਸਤ ਤੇ ਖੁਸ਼ਹਾਲ ਹੋਵੋਗੇ ਦਰਸ਼ਕੋ ਸਕਾਈ ਨਿਊਜ਼ ਪੰਜਾਬ ਦੇ ਵੱਲੋਂ ਦੇਸ਼ ਤੇ ਪੰਜਾਬ ਦੇ ਨਾਲ ਜੁੜੇ ਅਹਿਮ ਤੇ ਗੰਭੀਰ ਮੁੱਦਿਆਂ ਦੇ ਬਾਬਤ ਸਭ ਰਿਪੋਰਟਸ ਦਾ ਨਿਚੋੜ ਕੱਢ ਕੇ ਤੁਹਾਡੇ ਅੱਗੇ ਨਿਰਪੱਖਤਾ ਦੇ ਨਾਲ ਪੇਸ਼ ਕੀਤਾ ਜਾਂਦਾ ਹੈ ਤੇ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਰੋਜ਼ਾਨਾ ਤੁਹਾਨੂੰ ਇੱਕ ਜਿਹੜੀਆਂ ਰੋਜ਼ਾਨਾ ਖਬਰਾਂ ਚੱਲਦੀਆਂ ਨੇ ਉਸ ਤੋਂ ਹਟ ਕੇ ਕੁਝ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤੇ ਇਸੇ ਦੇ ਨਾਲ ਸਾਡੀ ਕੋਸ਼ਿਸ਼ ਇਹ ਵੀ ਰਹਿੰਦੀ ਕਿ ਦਰਸ਼ਕਾਂ ਦੀ ਜਾਣਕਾਰੀ ਦੇ ਵਿੱਚ ਹੋਰ ਜ਼ਿਆਦਾ ਵਾਧਾ ਕੀਤਾ ਜਾ ਸਕੇ ਇਸ ਸਭ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹੁੰਦੇ ਨੇ ਕਮਲਜੀਤ ਸਿੰਘ ਬਨਵੈਤ ਸਾਡੇ ਐਗਜ਼ੀਕਟਿਵ ਐਡੀਟਰ ਨੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਆ ਸਕਾਈ ਨਿਊਜ਼ ਪੰਜਾਬ ਤੇ ਸਵਾਗਤ ਸਤਿ ਸ਼੍ਰੀ ਅਕਾਲ ਮਮਤਾ ਜੀ ਸਤਿ ਸ਼੍ਰੀ ਅਕਾਲ ਪਿਆਰੇ ਦਰਸ਼ਕੋ ਤੁਹਾਨੂੰ ਦਿਲੋਂ ਜੀ ਆਇਆਂ ਸਵਾਗਤ ਸਲਾਮ ਅਲੈਕਮ ਸੋ ਮੈਂ ਭੱਖ ਦੇ ਮਸਲਿਆਂ ਦੀ ਗੱਲ ਕੀਤੀ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਬਾਦਲ ਪਰਿਵਾਰ ਜਾਂ ਫਿਰ ਬਾਦਲਾਂ ਦੀ ਸਰਕਾਰ ਜਾਂ ਫਿਰ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਇੱਕ ਵੱਡਾ ਨਾਮ ਨੇ ਤਾਂ ਹੁਣ ਜਿਹੜੀ ਹੈ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਗ੍ਰਿਫਤਾਰੀ ਦੀ ਤਲਵਾਰ ਵੀ ਜ਼ਰੂਰ ਲਟਕਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਐਸਆਈਟੀ ਦੇ ਵੱਲੋਂ ਜਿਹੜੀ 7000 ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਗਈ ਹੈ ਉਸ ਤੋਂ ਬਾਅਦ ਕੱਲ ਵੀ ਇੱਕ ਜਿਹੜਾ ਗਾਊਂ ਜ਼ਮਾਨਤ ਦੀ ਪਟੀਸ਼ਨ ਸੀ ਉਸ ਨੂੰ ਲੈ ਕੇ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਹੈ ਕਿਤੇ ਨਾ ਕਿਤੇ ਸ਼ਸ਼ਪੰਜ ਦੀ ਸਥਿਤੀ ਬਿਲਕੁਲ ਬਰਕਰਾਰ ਹੈ ਤੇ ਹੁਣ ਮੇਰਾ ਸਵਾਲ ਇਹ ਹੈ ਕਿ ਜਿਹੜਾ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਅਸਰ ਪਵੇਗਾ ਉਹ ਇੱਕ ਪਾਸੇ ਪਰ ਸਿਆਸਤ ਦੇ ਵਿੱਚ ਇਸ ਨੂੰ ਕਿਸ ਤਰ੍ਹਾਂ ਦੇਖਿਆ ਜਾ ਸਕਦਾ ਆਪਾਂ ਨਾ
ਜੋ ਅਦਾਲਤ 'ਚ ਕਾਰਵਾਈ ਚੱਲ ਰਹੀ ਆ ਜੀ ਉਹ 'ਤੇ ਕੋਈ ਟਿੱਪਣੀ ਨਹੀਂ ਕਰ ਸਕਦੇ ਜੀ ਅਸੀਂ ਸਿਆਸੀ ਤੌਰ 'ਤੇ ਉਹਨਾਂ ਦੀਆਂ ਕਿਆ ਭੁੱਲਾਂ ਹੋਈਆਂ ਜੀ ਜਾਂ ਉਹ ਸਿਆਸੀ ਭੁੱਲਾਂ ਨੂੰ ਲੋਕ ਮੁਆਫ ਕਰਨਗੇ ਨਹੀਂ ਕਰਨਗੇ ਉਹਨੂੰ ਸਾਰਿਆਂ ਨੂੰ ਲੈ ਕੇ ਚਰਚਾ ਕਰਾਂਗੇ। ਵੈਸੇ ਆਪਾਂ ਜੇ ਥੋੜ੍ਹੀ ਜਿਹੀ ਗੱਲ ਕੱਲ੍ਹ ਦੀ ਜਿਹੜੀ ਸੁਣਵਾਈ ਹੋਈ ਉਹ 'ਤੇ ਕਰ ਲਈਏ ਕਿ ਕੱਲ੍ਹ ਜਿਹੜੇ ADJ ਆ ਐਡੀਸ਼ਨਲ ਡਿਸਟ੍ਰਿਕਟ ਸੈਸ਼ਨ ਜੱਜ ਰਾਜੀਵ ਕਾਲੜਾ ਉਹਨਾਂ ਦੀ ਅਦਾਲਤ 'ਚ ਕੋਈ 2.5 ਤੋਂ 3 ਘੰਟੇ ਬਹਿਸ ਚੱਲੀ ਸੀ ਉਹਨਾਂ ਦੀ ਜਿਹੜੀ ਆ ਅਗਾਊਂ ਜ਼ਮਾਨਤ 'ਤੇ। ਜੀ ਉਹਦੇ ਵਿੱਚ ਬਾਦਲਾਂ ਨੇ ਕਿਹਾ ਕਿ ਸਿਆਸੀ ਬਦਲਾਖੋਰੀ ਆ ਜੀ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਸਰਕਾਰ ਜੇ ਨਹੀਂ ਸੀ ਬਣੀ ਆਮ ਆਦਮੀ ਪਾਰਟੀ ਦੀ ਉਹਨਾਂ ਨੇ ਉਦੋਂ ਕਹਿਦਾ ਸ਼ੁਰਤਾ ਸੀ ਕਿ ਚੱਕ ਕੇ ਅੰਦਰ ਸਿੱਟ ਦਿਆਂਗੇ। ਜੀ ਪਰ ਦੂਜੇ ਪਾਸੇ ਜਿਹੜਾ ਸਰਕਾਰੀ ਵਕੀਲ ਆ ਉਹਦਾ ਇਹ ਕਹਿਣਾ ਸੀਗਾ ਕਿ ਜਿਹੜਾ ਇਹ ਜੇ ਇਹ ਬਾਹਰ ਆ ਜਾਂਦੇ ਆ ਬਾਹਰ ਰਹਿੰਦੇ ਆ ਇਹ ਪ੍ਰਭਾਵਿਤ ਕਰ ਸਕਦੇ ਆ। ਦੂਜੀ ਗੱਲ ਇਹ ਕਿ ਜਿਹੜੀ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਸੈੱਟ ਆ ਸੈੱਟ ਵਿੱਚ ਇਹਨਾਂ ਨੂੰ ਜਿਹੜਾ ਆ ਨਾਮਜ਼ਦ ਕੀਤਾ ਗਿਆ। ਪਰ ਇੱਥੇ ਮੇਰੇ ਮਨ 'ਚ ਇਹ ਵੀ ਖਿਆਲ ਆ ਰਿਹਾ ਕਿ ਜਿਹੜੀ ਇਸ ਤੋਂ ਪਹਿਲਾਂ ਸੈੱਟ ਬਣੀ ਸੀ ਇੱਕ ਵਿਜੇ ਕੁਮਾਰ ਪ੍ਰਤਾਪ ਦੀ ਜਿਹੜਾ ਆਮ ਆਦਮੀ ਪਾਰਟੀ ਦੇ ਵਿਧਾਇਕ ਆ ਉਹਦੀ ਤਾਂ ਜਿਹੜੀ ਰਿਪੋਰਟ ਉਹੀ ਹਾਈ ਕੋਰਟ ਨੇ ਰੱਦ ਕਰਤੀ ਸੀ। ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਜਿਹੜੀ ਇੱਕ ਸੈੱਟ ਆ ਉਹਦੇ ਆਧਾਰ ਤੇ ਉਹਨਾਂ ਨੂੰ ਸਜ਼ਾ ਹੋ ਜੂਗੀ ਜਾਂ ਕੁਛ ਹੋ ਜੂਗੀ। ਪਰ ਇਹਦੇ ਵਿੱਚ ਗਵਾਹ ਭੁਗਤਣਗੇ ਗਵਾਹਾਂ ਦੇ ਸਾਰੇ ਜਿਹੜੇ ਬਿਆਨ ਆ ਉਹ ਸਾਰਾ ਕੁਝ ਲੈ ਕੇ ਹੀ ਅਦਾਲਤ ਕੋਈ ਫੈਸਲਾ ਕਰੂਗਾ। ਸੋ ਆਪਾਂ ਕਹੀਏ ਕਿ ਸੈੱਟ 'ਚ ਨਾਮਜ਼ਦ ਕਰਨਾ ਉਹ ਦੋਸ਼ੀ ਪਾਏ ਗਏ ਜਾਂ ਅਦਾਲਤ ਦੋਸ਼ੀ ਕਰ ਦੇ ਦੂ ਜਾਂ ਉਹ ਅੰਦਰ ਚਲ ਜਾਣਗੇ ਅਜਿਹਾ ਕੁਝ ਨਹੀਂ ਹੈਗਾ। ਪਰ ਮੈਨੂੰ ਇਹ ਲੱਗਦਾ ਕਿ ਬਾਦਲਾਂ ਨੇ ਜਦੋਂ ਉਹ ਪਾਵਰ 'ਚ ਸੀਗੇ ਜਦੋਂ ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਸੀਗੇ ਉਹਨਾਂ ਕੋਲੇ ਗ੍ਰਹਿ ਵਿਭਾਗ ਸੀਗਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗੇ ਉਹਨਾਂ ਨੇ ਕੁਝ ਗਲਤੀਆਂ ਬਹੁਤ ਹੋਈਆਂ ਕੀਤੀਆਂ ਉਹਨਾਂ ਕੋਲੋਂ। ਉਹਦੇ ਵਿੱਚ ਆਪਾਂ ਉਦਾਹਰਨ ਵਜੋਂ ਕਹਿ ਲਈਏ ਕਿ ਇਹਨਾਂ ਦੇ ਕਾਰਜਕਾਲ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਬਾਈਬਲ ਕਲਾ ਗੋਲੀ ਕਾਂਡ 'ਚ ਹੋਇਆ। ਨਾ ਤਾਂ ਇਹਨਾਂ ਨੇ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਿਆ ਨਾ ਉਸ ਵੇਲੇ ਕੋਈ ਦੋਸ਼ੀਆਂ ਨੂੰ ਸਜ਼ਾ ਦਿੱਤੀ। ਫਿਰ ਹੋਰ ਦੱਸ ਦਿੰਦਾ ਇੱਕ ਮੈਂ ਕਿ ਇਹਨਾਂ ਨੇ ਆਪ ਹੀ ਸਾਰੇ ਕੁਝ ਬਾਰੇ ਇੱਕ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ ਸੀਗਾ ਉਹਦੀ ਰਿਪੋਰਟ ਵੀ ਲਾਗੂ ਨਹੀਂ ਕੀਤੀ। ਉਹਦੀ ਰਿਪੋਰਟ ਵੀ ਲਾਗੂ ਕਰਨ ਦੇ ਤਾਂ ਸ਼ਾਇਦ ਲੋਕ ਜਿਹੜੇ ਇਹਨਾਂ ਨੂੰ ਮੁਆਫ ਕਰਨ ਦੇ। ਆਪਾਂ ਉਹ ਤੋਂ ਅੱਗੇ ਚੱਲ ਜਾਈਏ ਕਿ ਜਿਹੜਾ ਡੇਰਾ ਸਿਰਸਾ ਸਾਧ ਆ ਉਹਨੇ ਜਿਹੜਾ ਸਵਾਂਗ ਰਚਿਆ ਸੀਗਾ ਉਹ 'ਤੇ ਵੀ ਦੋਸ਼ ਲੱਗੇ ਸੀ ਕਿ ਇਹਨਾਂ ਨੇ ਰਚਾਇਆ ਸਾ ਇਹਨਾਂ ਨੇ ਫਿਰ ਮਾਫੀ ਕਰਤੀ। ਜੇ ਉਸ ਵੇਲੇ ਵੀ ਇਹ ਨਿਰਪੱਖ ਰੋਲ ਅਦਾ ਕਰ ਜਾਂਦੇ ਤਾਂ ਸ਼ਾਇਦ ਅਜਿਹਾ ਕੁਝ ਨਹੀਂ ਹੁੰਦਾ ਹੈਗਾ। ਸੋ ਆਪਾਂ ਇਹ ਕਹੀਏ ਕਿ ਇਹਨਾਂ ਦੇ ਜਿਹੜੇ ਆਪਣੇ ਅਨੁਸ਼ਾਸਨੀ ਕਮੇਟੀ ਚੇਅਰਮੈਨ ਆ ਸਿਕੰਦਰ ਸਿੰਘ ਮਲੂਕਾ ਉਹ ਇਹ ਕਹਿ ਰਹੇ ਆ ਕਿ ਬਾਦਲਾਂ ਨੂੰ ਬਿਨਾਂ ਕਿਸੇ ਸ਼ਰਤ ਤੋਂ ਜਾ ਕੇ ਮਾਫੀ ਮੰਗਣੀ ਚਾਹੀਦੀ ਸੰਗਤਾਂ ਕੋਲੋਂ। ਜੇ ਇਹਨਾਂ ਦੀ ਪਾਰਟੀ ਦੇ ਹੀ ਅਨੁਸ਼ਾਸਨੀ ਕਮੇਟੀ ਚੇਅਰਮੈਨ ਜਿਹੜੇ ਬੜੇ ਸੀਨੀਅਰ ਨੇਤਾ ਆ ਜਿਹੜੇ ਇਹਨਾਂ ਦੇ ਬਹੁਤ ਨੇੜੇ ਰਹੇ ਆ ਕਈ 2 ਵਾਰ ਮੰਤਰੀ ਰਹੇ ਇਹਨਾਂ ਦੀ ਕੈਬਨਿਟ ਵਿੱਚ ਜੇ ਉਹੀ ਕਹਿ ਰਿਹਾ ਕਿ ਭੁੱਲ ਬਖਸ਼ਾਣੀ ਚਾਹੀਦੀ ਆ ਤਾਂ ਮੈਨੂੰ ਲੱਗਦਾ ਇਹ 'ਚ ਕੋਈ ਹਰਜ ਨਹੀਂ ਹੈਗਾ ਔਰ ਸੰਗਤ ਜਿਹੜੀ ਆ ਉਹ ਰੱਬ ਦਾ ਰੂਪੇ ਹੁੰਦੀ ਆ। ਸੋ ਇਸ ਕਰਕੇ ਇਹ ਆਪਾਂ ਕਹਿ ਲਈਏ ਕਿ ਇਹ ਕਸੂਰਵਾਰ ਨਹੀਂ ਹੈਗੇ ਆਪਾਂ ਅਦਾਲਤ ਦੇ ਪੱਖੋਂ ਹੀ ਕਹਿੰਦੇ। ਅਦਰਵਾਈਜ਼ ਆਪਾਂ ਕਹਿੰਦੇ ਸਿਆਸੀ ਤੌਰ 'ਤੇ ਜੋ ਗਲਤੀਆਂ ਕੀਤੀਆਂ ਇਹਨਾਂ ਨੇ ਜਾਂ ਜੋ ਆਹ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਉਸ ਵੇਲੇ ਜਿਹੜੇ ਤੁਰੰਤ ਐਕਸ਼ਨ ਨਹੀਂ ਕੀਤਾ ਉਹ ਜਿਹੜੀਆਂ ਇਹਨਾਂ ਦੀਆਂ ਭੁੱਲਾਂ ਜਿਹੜੀਆਂ ਆ ਉਹ ਵੱਡੀਆਂ ਉਸ ਪੱਖੋਂ ਜਿਹੜਾ ਕਸੂਰਵਾਰ ਆ ਇਹ ਜ਼ਰੂਰ ਆ। ਦੂਜੀ ਗੱਲ ਇਹ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਇਹ ਇਸ ਵੇਲੇ ਸੱਤਾ ਤੋਂ ਬਾਹਰ ਆ ਦੂਜੀ ਟਰਮ ਜਾਣ ਲੱਗ ਗਈ। ਪ੍ਰਕਾਸ਼ ਸਿੰਘ ਬਾਦਲ ਦੀ ਉਮਰ 95 ਸਾਲ ਦੀ ਹੋ ਗਈ। ਇਸ ਉਮਰ 'ਚ ਜੇ ਉਹਨਾਂ ਨੂੰ ਅਗਾਊਂ ਜ਼ਮਾਨਤ ਮਿਲ ਵੀ ਜਾਂਦੀ ਆ ਤਾਂ ਵੀ ਕੋਈ ਫਰਕ ਨਹੀਂ ਹੈਗਾ ਇਸ ਉਮਰ 'ਚ ਪੈਣਾ ਤੇ ਜੇ ਨਹੀਂ ਵੀ ਮਿਲਦੀ ਤਾਂ ਵੀ ਇਸ ਉਮਰ 'ਚ ਕੋਈ ਫਰਕ ਨਹੀਂ। ਵੈਸੇ ਅਦਾਲਤਾਂ ਜਿਹੜੀਆਂ ਆ ਉਹ ਅਗਾਊਂ ਜ਼ਮਾਨਤ ਦੇਣ ਵੇਲੇ ਸਜ਼ਾ ਦੇਣ ਵੇਲੇ ਜਿਹੜੀ ਆ ਉਮਰ ਦਾ ਜਿਹੜਾ ਜ਼ਰੂਰ ਦੇਖਦੀਆਂ ਧਿਆਨ ਰੱਖਦੀਆਂ ਹੈਗੀਆਂ। ਪਰ ਮੈਨੂੰ ਇਹ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਹਾਲੇ ਵੀ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਆ ਜਾਂ ਇਸ ਵੇਲੇ ਉਹ ਤਿੰਗੜ ਰਹੇ ਆ ਕਿ ਉਹ ਮੁੜ ਸੱਤਾ ਵਿੱਚ ਆ ਜਾਣ ਪਰ ਮੈਨੂੰ ਇਹ ਲੱਗਦਾ ਕਿ ਹਾਲੇ ਤੱਕ ਜਿਹੜਾ ਉਹਨਾਂ ਦਾ ਸਹੀ ਰਸਤਾ ਆ ਉਹ ਨਹੀਂ ਲੱਭ ਸਕੇ ਹੈਗੇ ਕਿਉਂਕਿ ਖੇਤਰੀ ਪਾਰਟੀ ਆ। ਖੇਤਰੀ ਪਾਰਟੀ ਨੂੰ ਆਪਾਂ ਛੱਡ ਵੀ ਦਈਏ ਤਦ ਵੀ ਜਿਹੜਾ ਕੇਂਦਰ ਤੇ ਸੂਬਿਆਂ ਦਾ ਟਕਰਾਅ ਇਸ ਵੇਲੇ ਚੱਲ ਰਿਹਾ ਜਾਂ ਜਿਹੜਾ ਕੇਂਦਰ ਸੂਬਿਆਂ ਦੀ ਸੰਘੀ ਘੁੱਟ ਰਿਹਾ ਉਹ ਜਿਹੜੇ ਮੁੱਦੇ ਆ ਅਹਿਮ ਮੁੱਦੇ ਉਹ ਅਕਾਲੀ ਦਲ ਨਹੀਂ ਛੇੜ ਰਿਹਾ। ਜੇ ਬਾਦਲ ਉਹ ਮੁੱਦੇ ਜਿਹੜਾ ਨਾਲ ਪੰਜਾਬ ਨਾਲ ਵਧੀਕੀ ਹੋ ਰਹੀ ਸੈਂਟਰ ਵੱਲੋਂ ਉਹ ਮੁੱਦੇ ਉਠਾਉਣ ਪਰ ਉਠਾਉਣ ਤਾਂ ਕਿੱਦਾਂ ਉਠਾਉਣ ਕਿਉਂਕਿ ਉਹਨਾਂ ਨੂੰ ਫਿਰ ਡਰ ਆ ਉਹ ਈਡੀ ਦਾ ਤੇ ਸੀਬੀਆਈ ਦਾ ਡਰਾ ਰਿਹਾ। ਈਡੀ ਜਾਂ ਸੀਬੀਆਈ ਦੇ ਡਰੋਂ ਜਿਹੜੇ ਆ ਬਾਦਲ ਆ ਉਹ ਕੋਈ ਵੀ ਅਜਿਹਾ ਵੱਡਾ ਅੰਦੋਲਨ ਨਹੀਂ ਛੇੜ ਰਹੇ ਜਿਹਦੇ ਨਾਲ ਕੇਂਦਰ ਦੀ ਨਾਰਾਜ਼ਗੀ ਲੈ ਲੈਣਾ। ਹਾਂ ਨਿੱਕੀ ਮੋਟੀ ਜਿਹੜੀ ਬਿਆਨਬਾਜ਼ੀ ਆ ਉਹ ਜ਼ਰੂਰ ਕਰਦੇ ਆ ਰਹੇ ਆ। ਸੋ ਆਪਾਂ ਇਹ ਕਹਿ ਲਈਏ ਕਿ ਜਿਹੜੇ ਇਹਨਾਂ ਨੇ ਗਲਤੀਆਂ ਕੀਤੀਆਂ ਉਹਦਾ ਖਮਿਆਜਾ ਭੁਗਤ ਵੀ ਰਹੇ ਆ ਤੇ ਮੈਨੂੰ ਲੱਗਦਾ ਹਾਲੇ ਲੋਕਾਂ ਨਾਲ ਜਿਹੜੀ ਐਕਸੈਪਟੈਂਸ ਉਹ ਸ਼ੁਰੂ ਵੀ ਨਹੀਂ ਹੋਈ। ਇੱਥੇ ਮੈਂ ਇੱਕ ਗੱਲ ਹੋਰ ਜਿਹੜੀ ਸ਼ਾਇਦ ਆਪਾਂ ਕਰ ਲਈਏ ਕਿ ਕਿਉਂਕਿ ਆ ਚੱਲਦਿਆਂ ਖਬਰ ਆਈ ਸੀ ਉਹ ਕਿਉਂਕਿ ਇਹਨਾਂ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗਦੇ ਉਹਦੇ ਨਾਲ ਜੁੜੀ ਇੱਕ ਖਬਰ ਇਹ ਵੀ ਆ ਕਿ ਵਿਜੀਲੈਂਸ ਨੇ ਜਿਹੜੇ ਸਾਬਕਾ ਸਿੱਖਿਆ ਮੰਤਰੀ PWD ਮੰਤਰੀ ਸੀਗੇ ਕਾਂਗਰਸ ਦੇ ਵਿਜੇਂਦਰ ਸਿੰਗਲਾ ਉਹਨਾਂ ਨੂੰ ਵੀ ਤਲਬ ਕਰ ਲਿਆ। ਉਹਨਾਂ ਨੂੰ ਵੀ 17 ਤਰੀਕ ਨੂੰ ਕਿਹਾ ਕਿ 17 ਨੂੰ ਪੇਸ਼ ਆਓ। ਮਤਲਬ ਕਾਂਗਰਸ ਦੇ ਮੰਤਰੀਆਂ ਵਿਧਾਇਕਾਂ ਤੇ ਲੀਡਰਾਂ ਵਿੱਚੋਂ ਉਹ 10ਵੇਂ ਸੱਜਣ ਆ
ਜਿਨ੍ਹਾਂ ਨੂੰ ਉਹਨਾਂ ਨੂੰ ਤਲਬ ਕੀਤਾ। ਜੀ। ਕਾਂਗਰਸ ਦੇ 3 ਜਿਹੜੇ ਮੰਤਰੀ ਆ ਜਿਨ੍ਹਾਂ ਵਿੱਚੋਂ ਆਪਾਂ ਕਹਿ ਲਈਏ ਕਿ ਭਾਰਤ ਭੂਸ਼ਣ ਆਸ਼ੂ ਆ ਜੀ। ਜਾਂ ਸਭ ਸਿੰਘ ਧਰਮਸੋਤ ਆ। ਤੀਜੇ ਜਿਹੜੇ ਹੈਗੇ ਨੇ ਚੱਬੇਵਾਲ ਤੋਂ ਰਹੇ ਨੇ, ਹੁਸ਼ਿਆਰਪੁਰ ਤੋਂ ਰਹੇ ਨੇ ਮੰਤਰੀ, ਜਿਹੜਾ ਉਹਨਾਂ ਦਾ ਸੈਨਿਟ ਡਿਪਾਰਟਮੈਂਟ ਨੂੰ ਲੈ ਕੇ ਚੱਕਰ ਪਿਆ ਹੋਇਆ। ਇਹ 3 ਅੰਦਰ ਆ ਤੇ ਉਹਨਾਂ ਬਿਨਾਂ ਜੀ ਤੇ ਉਹਨਾਂ ਤੋਂ ਬਿਨਾਂ ਜਿਹੜੇ ਹੈਗੇ ਆ ਸਾਧੂ ਸਿੰਘ ਜਿਹੜੇ ਸੰਗਤ ਸਿੰਘ ਗਿੱਲ ਜੀ ਆ ਉਹ ਵੀ ਫਸੇ ਹੋਏ ਆ। ਬਲਵੀਰ ਸਿੰਘ ਸਿੱਧੂ ਬਾਰੇ ਵੀ ਚਰਚਾ ਛਿੜ ਪਈ ਸੀਗੀ। ਸੋ OP ਸੋਨੀ ਜਿਹੜੇ ਆ ਉਹ ਵੀ ਰਗੜਿਆਂ ਵਿੱਚ ਆ। ਇਹ ਤੋਂ ਬਿਨਾਂ ਜਿਹੜਾ ਤੁਹਾਡੇ ਧਿਆਨ ਚ ਹੋਣਾ ਕਿ ਕੱਲ ਸਤਕਾਰ ਕੌਰ ਦੇ ਘਰ ਛਾਪਾ ਵੀ ਪੈ ਗਿਆ, ਕੁਲਦੀਪ ਸਿੰਘ ਬੈਦ ਦੇ ਘਰ ਵੀ ਹੋ ਗਿਆ। ਸੋ ਜਿਹੜੇ ਗੁਰਪ੍ਰੀਤ ਸਿੰਘ ਕਾਂਗੜਾ ਨਾਂ ਵੀ ਚੱਲ ਰਿਹਾ। ਸੋ ਇਹ ਜਿਹੜੀ ਇੱਕ ਨਵੀਂ ਇਨਫੋਰਮੇਸ਼ਨ ਸਾਂਝੀ ਕਰ ਲਾਂ ਕਿ ਭਗਵੰਤ ਸਿੰਘ ਮਾਨ ਦਬਦੇ ਨਹੀਂ ਲੱਗਦੇ ਹੈਗੇ। ਮੈਨੂੰ ਇਹ ਲੱਗਦਾ ਕਿ ਉਹ ਜਿਹੜੇ ਆ ਜਿਹੜੇ ਸਭ ਫੜੇ ਜਾਣਗੇ ਉੱਤੇ ਤੁਰੇ ਹੋਏ ਆ। ਇਹ ਮੇਰਾ ਐਕਸਟਰਾ ਤੁਹਾਡੇ ਸਵਾਲ ਤੇ ਪੁੱਛਣ ਦਾ ਮਕਸਦ ਇਹ ਸੀ ਕਿ ਇੱਕ ਜਿਹੜੀ ਆਪਾਂ ਦਰਸ਼ਕਾਂ ਨਾਲ ਨਵੀਂ ਜਾਣਕਾਰੀ ਸਾਂਝੀ ਵੀ ਕਰ ਲਈਏ ਕਿ ਇਹ ਜਿਹੜੀ ਡਿਵੈਲਪਮੈਂਟ ਹੈ ਇੱਕ ਉਹ ਵੀ ਹੋਈ ਆ। ਤੇ ਮੈਂ ਥੋੜ੍ਹਾ ਇੱਕ ਹੋਰ ਵੀ ਮੈਂ ਸ਼ੁਰੂ 'ਚ ਦੱਸਦਾ। ਉਹ ਇੱਕ G20 ਸੰਮੇਲਨ ਅੰਮ੍ਰਿਤਸਰ ਸ਼ੁਰੂ ਹੋਇਆ। ਉਹ ਵਿੱਚ 55 ਡੈਲੀਗੇਟ ਪਹੁੰਚ ਰਹੇ ਆ 28 ਦੇਸ਼ਾਂ ਦੇ, ਜਿਹਦੇ ਵਿੱਚ ਇਹ ਆ ਕਿ ਯੂਨੈਸਕੋ, ਯੂਨੀਸੈਫ ਤੇ UN ਦੇ ਨੁਮਾਇੰਦੇ ਵੀ ਆ ਰਹੇ ਆ। ਪਰ ਜਿਹੜੇ ਪੰਜਾਬ ਦੇ ਕਿਸਾਨ ਆ ਉਹ ਇਹਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਆ। ਜਿਹੜੀਆਂ ਮਾਲਵੇ ਦੀਆਂ ਮਜ਼ਦੂਰ ਕਿਸਾਨ ਜਥੇਬੰਦੀਆਂ ਉਹਨਾਂ ਨੇ ਵੀ, ਕਿਸਾਨਾਂ ਨੇ ਵੀ ਕਿਹਾ ਪ੍ਰੋਟੈਸਟ ਕਰਨਾ, ਕਿਉਂਕਿ ਉਹਨਾਂ ਦਾ ਇਹ ਕਹਿਣਾ ਆ ਕਿ ਚਾਹੇ ਜਿਹੜਾ ਇਹ ਇੱਥੇ ਟੌਪਿਕ ਰੱਖਿਆ ਗਿਆ ਉਹ ਸਿੱਖਿਆ ਦਾ ਰੱਖਿਆ ਗਿਆ, ਪਰ ਟੋਟਲੀ ਤੌਰ ਤੇ ਜਿਹੜੇ ਸਾਰੇ G20 ਸੰਮੇਲਨ ਹੋ ਰਹੇ ਆ ਇਹਨਾਂ ਨਾਲ ਕਿਸਾਨਾਂ ਨੂੰ ਜਿਹੜਾ ਕੁਝ ਮੋਦੀ ਨੇ ਕੀਤਾ ਸੀ ਕਿ ਜਿਹੜੀ ਖੇਤੀ ਸਾਰੀ ਕਾਰਪੋਰੇਟ ਹੱਥ ਲਿਆਂਦੀ ਜਾਵੇ। ਸੋ ਕਾਰਪੋਰੇਟ ਦਾ ਹੀ ਜਿਹੜਾ ਜਾਲ ਵਿਛਾਇਆ ਜਾ ਰਿਹਾ। ਸੋ ਗੱਲ ਇਹ ਜਿਹੜੀ ਇਨਫੋਰਮੇਸ਼ਨ ਮੈਨੂੰ ਲੱਗਦਾ ਇਹ ਲੋਕਾਂ ਤੱਕ ਸਾਂਝੀ ਕਰਨੀ ਜ਼ਰੂਰੀ ਸੀਗੀ, ਕਿਉਂਕਿ ਜਿਹੜਾ G20 ਸੰਮੇਲਨ ਆ ਇਹਦੇ ਬਾਰੇ ਚਰਚਾ ਤਾਂ ਹੋ ਰਹੀ ਹੈ ਪਰ ਕਿਸਾਨਾਂ ਦਾ ਜਿਹੜਾ ਪੱਖ ਆ ਉਹ ਸਾਹਮਣੇ ਨਹੀਂ ਸੀ ਆਇਆ। ਸੋ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਕਾਫੀ ਕਿਸਮ ਦਾ ਜਿਹੜਾ ਵੱਡਾ ਫੈਸਲਾ ਉਹ ਹੋ ਜਾਣਾ, ਕਿਉਂਕਿ ਕੱਲ ਸੁਣਵਾਈ ਸੀ। ਸੁਣਵਾਈ 3 ਘੰਟੇ ਚੱਲੀ ਆ। ਦੋਹਾਂ ਧਿਰਾਂ ਨੇ ਆਪਣੀਆਂ ਦਲੀਲਾਂ ਦਿੱਤੀਆਂ। ਅੱਜ ਫੈਸਲਾ ਸਾਇਆ ਜਾਣਾ ਕਿ ਕੀ ਉਹਨਾਂ ਦੀ ਜਿਹੜੀ ਅਗਾਊਂ ਜ਼ਮਾਨਤ ਆ ਉਹ ਮਨਜ਼ੂਰ ਹੁੰਦੀ ਆ ਕਿ ਨਹੀਂ ਹੁੰਦੀ। ਪਰ ਮੈਂ ਤੁਹਾਨੂੰ ਇਹ ਦੱਸਦਾ ਕਿ ਜਿਹੜੀ ਸਜ਼ਾ ਆ ਉਹ ਇਸ ਸੈੱਟ ਦੇ ਆਧਾਰ ਤੇ ਨਹੀਂ ਦਿੱਤੀ ਜਾਣੀ। ਸੈੱਟ ਨੂੰ ਇੱਕ ਪੱਖ ਮੰਨਿਆ ਜਾਊਗਾ, ਪਰ ਟੋਟਲੀ ਜਿਹੜੀ ਅਦਾਲਤੀ ਕਾਰਵਾਈ ਚੱਲੂਗੀ ਉਹ ਤੋਂ ਬਾਅਦ ਜਿਹੜਾ ਇਹਨਾਂ ਦੀ ਸਜ਼ਾ ਦਾ ਫੈਸਲਾ ਆਊਗਾ। ਪਰ ਅਸੀਂ ਇੱਥੇ ਜਿਵੇਂ ਪਹਿਲਾਂ ਕਿਹਾ ਕਿ ਸਿਆਸੀ ਤੌਰ ਤੇ ਇਹਨਾਂ ਨੇ ਬਹੁਤ ਸਾਰੀਆਂ ਭੁੱਲਾਂ ਕੀਤੀਆਂ। ਸਿਆਸੀ ਤੌਰ ਤੇ ਜਿਹੜੀਆਂ ਭੁੱਲਾਂ ਕੀਤੀਆਂ ਉਹਦਾ ਜਿਹੜਾ ਖਮਿਆਜ਼ਾ ਇਹਨਾਂ ਨੂੰ ਉਹ ਭੁਗਤਣਾ ਪੈ ਰਿਹਾ। ਜੀ ਬਨਵਾਜ ਜੀ, ਤੁਸੀਂ ਜ਼ਿਕਰ ਕਿਸਾਨਾਂ ਦਾ ਕੀਤਾ ਤਾਂ ਮੈਂ ਉਹਨਾਂ ਬਾਰੇ ਜਿਹੜੀ ਗੱਲ ਕਰਨਾ ਚਾਹਾਂਗੀ। ਜੀ ਅੰਨਦਾਤਾ ਕਹਾਉਣ ਵਾਲੇ ਕਿਸਾਨ ਜਿਨ੍ਹਾਂ ਦੇ ਵੱਲੋਂ ਬਹੁਤ ਵਾਰ ਜਿਹੜੀਆਂ ਖੁਦਕੁਸ਼ੀਆਂ ਕਰ ਲਈਆਂ ਜਾਂਦੀਆਂ ਨੇ, ਹਾਲਾਂਕਿ ਖੁਦਕੁਸ਼ੀ ਕਰਨ ਨੂੰ ਕਿਸੇ ਦਾ ਵੀ ਇਦਾਂ ਦਿਲ ਨਹੀਂ ਕਰਦਾ। ਜਦੋਂ ਕੋਈ ਪਾਣੀ ਕਹਿੰਦੇ ਸਿਰੋਂ ਟੱਪ ਜਾਂਦਾ ਤਾਂ ਹੀ ਖੁਦਕੁਸ਼ੀਆਂ ਦੇ ਵੱਲ ਜਾਂਦੇ ਨੇ। ਉਹ ਫਿਰ ਚਾਹੇ ਕਰਜ਼ਾ ਲੋੜ ਤੋਂ ਵੱਧ ਜਿਹੜਾ ਚੜ ਜਾਵੇ, ਕਈ ਵਾਰ ਫਸਲਾਂ ਦੀ ਅਜਿਹੀ ਮਾਰ ਉਹਨਾਂ ਦੇ ਉੱਤੇ ਪੈ ਜਾਂਦੀ ਹੈ ਜਿਸ ਕਰਕੇ ਉਹਨਾਂ ਨੂੰ ਜਿਹੜਾ ਖੁਦਕੁਸ਼ੀ ਕਰਨੀ ਪੈ ਜਾਂਦੀ ਹੈ। ਤਾਂ ਅਜਿਹੇ ਸਭ ਦੇ ਚੱਲਦੇ ਆ ਸਰਕਾਰਾਂ ਦੇ ਵੱਲੋਂ ਕਿਸਾਨਾਂ ਨੂੰ ਮੁਆਵਜ਼ੇ ਦਿੱਤੇ ਜਾਂਦੇ ਨੇ, ਪਰ ਹਾਲੇ ਤੱਕ ਕੋਈ ਅਜਿਹੀ ਖਬਰ ਨਹੀਂ ਸਾਹਮਣੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਅਜਿਹੇ ਮੁੱਦਿਆਂ ਨੂੰ ਲੈ ਕੇ ਕੋਈ ਮੁਆਵਜ਼ਾ ਦਿੱਤਾ ਗਿਆ। ਇਹ ਜਿਹੜਾ ਬਜਟ ਸੈਸ਼ਨ ਚੱਲ ਰਿਹਾ ਨਾ ਜੀ, ਅੱਜ ਕੱਲ੍ਹ ਬ੍ਰੇਕ ਹੈ ਬਜਟ ਸੈਸ਼ਨ ਦੀ G20 ਸੰਮੇਲਨ ਕਰਕੇ। ਇਹ ਮਾਮਲਾ ਉਹਦੇ ਵਿੱਚ ਉੱਠਿਆ ਸੀਗਾ। ਨਵਾਂ ਸ਼ਹਿਰ ਤੋਂ ਬਹੁਜਨ ਸਮਾਜ ਪਾਰਟੀ ਦੇ ਇੱਕ ਜਿਹੜੇ ਵਿਧਾਇਕ ਉਹਨਾਂ ਨੇ ਮਾਮਲਾ ਉਠਾਇਆ ਸੀਗਾ, ਪਰ ਸਰਕਾਰ ਨੂੰ ਇਹ ਦੱਸਣਾ ਪਿਆ ਕਿ ਜਿਹੜਾ ਅਗਲੇ ਸਾਲ ਦਾ ਬਜਟ ਆ ਉਹਦੇ ਵਿੱਚ ਜਿਹੜੇ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਆ ਉਹਨਾਂ ਨੂੰ ਮੁਆਵਜ਼ਾ ਦੇਣ ਲਈ ਕੋਈ ਬਜਟ ਨਹੀਂ ਰੱਖਿਆ ਗਿਆ ਹੈਗਾ ਜੀ। ਇਹ ਬੜੀ ਜਿਹੜੀ ਆ ਗੱਲ ਫਿਕਰਮੰਦੀ ਵਾਲੀ ਆ, ਚਿੰਤਾ ਵਾਲੀ ਆ। ਆਪਾਂ ਇਹ ਕਹਿ ਲਈਏ ਕਿ ਜਿਹੜਾ ਮਾਮਲਾ ਉਠਾਇਆ ਗਿਆ ਬੜਾ ਗੰਭੀਰ ਆ ਔਰ ਬੜਾ ਵਧੀਆ ਆ ਕਿ ਇੱਕ ਜਿਹੜਾ ਰਿਜ਼ਰਵ ਵਰਗ ਦਾ ਬੰਦਾ ਆ ਉਹਨੇ ਜਿਹੜਾ ਕਿਸਾਨਾਂ ਦਾ ਮਾਮਲਾ ਉਠਾਇਆ। ਸੋ ਜਿਹੜੀ ਅਸੀਂ ਜੋ ਜਾਣਕਾਰੀ ਇਹਨੂੰ ਲੈ ਕੇ ਇਕੱਠੀ ਕੀਤੀ ਆ ਉਹ ਇਹ ਆ ਕਿ ਆਮ ਆਦਮੀ ਪਾਰਟੀ ਨੇ ਹਾਲੇ ਤੱਕ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ। 1 ਸਾਲ ਟੱਪ ਗਿਆ ਸਰਕਾਰ ਨੂੰ ਬਣਿਆ ਹੋਇਆ। ਔਰ ਵੱਡੀ ਗੱਲ ਇਹ ਹੈ ਕਿ ਇਸ ਬਜਟ 'ਚ ਕੋਈ ਫੰਡ ਵੀ ਨਹੀਂ ਰੱਖਿਆ ਗਿਆ ਹੈਗਾ। ਜੇ ਆਪਾਂ ਖੇਤੀਬਾੜੀ ਵਿਭਾਗ ਜਿਹੜੀ ਪੰਜਾਬ ਸਰਕਾਰ ਦਾ ਵਿਭਾਗ ਆ ਉਹਦੇ ਅੰਕੜੇ ਦੀ ਗੱਲ ਕਰ ਲਈਏ ਤਾਂ ਪਿਛਲੇ ਸਾਲਾਂ ਦੌਰਾਨ 1403 ਕਿਸਾਨਾਂ ਨੇ ਆਪਣੀ ਜੀਵਨ ਲੀਲਾ ਖਤਮ ਕੀਤੀ ਆ ਤੇ 403 ਮਜ਼ਦੂਰ ਅਜਿਹੇ ਆ ਜਿਨ੍ਹਾਂ ਨੇ ਮੌਤ ਨੂੰ ਗਲੇ ਲਾ ਲਿਆ। ਸੋ ਟੋਟਲ ਜਿਹੜੇ 1806 ਮਜ਼ਦੂਰ ਤੇ ਕਿਸਾਨ ਜਿਨ੍ਹਾਂ ਨੇ ਸੁਸਾਈਡ ਕੀਤਾ ਉਹਨਾਂ ਵਿੱਚੋਂ ਸਿਰਫ 939 ਨੂੰ ਮੁਆਵਜ਼ਾ ਮਿਲਿਆ, ਭਾਵ ਅੱਧਿਆਂ ਨੂੰ ਹੀ ਮਿਲਿਆ। ਅਗਲੀ ਗੱਲ ਇਹ ਕਿ ਮੈਂ ਇਹ ਦੱਸਦਾ ਕਿ ਇਹ ਉਹ ਅੰਕੜੇ ਆ ਜਿਹੜੇ ਸਰਕਾਰ ਦੇ ਆਪਣੇ ਆ। ਇਹ ਅੰਕੜੇ ਅਣਅਧਿਕਾਰਤ ਤੌਰ ਤੇ ਬਹੁਤ ਜ਼ਿਆਦਾ ਹੋ ਸਕਦੇ ਆ, ਕਿਉਂਕਿ ਆਪਾਂ ਜੇ ਕਹਿ ਲਈਏ ਪਿਛਲੇ ਸਾਲਾਂ ਦੌਰਾਨ ਸਿਰਫ 1806 ਕਿਸਾਨਾਂ ਨੇ ਮੌਤ ਨੂੰ ਗਲੇ ਲਾਇਆ, ਇਹ ਵੀ ਸੱਚ ਨਹੀਂ ਹੈਗਾ। ਹੁਣ ਮੈਂ ਇੱਥੇ ਦੱਸਦਾ
ਕਿ ਸਰਕਾਰੀ ਅੰਕੜੇ ਇਹ ਵੀ ਕਹਿੰਦੇ ਆ ਕਿ ਹੁਣ ਤੱਕ ਮੁਆਵਜ਼ੇ ਦੀ ਜਿਹੜੀ ਰਾਸ਼ੀ ਆ ਕੁੱਲ ਉਹ 2605 ਕਰੋੜ ਵੰਡੀ ਜਾ ਚੁੱਕੀ ਆ। ਪਰ ਇਹਦੇ ਵਿੱਚੋਂ ਸਭ ਤੋਂ ਵੱਡਾ ਦੁੱਖ ਦਾ ਪੱਖ ਇਹ ਕਿ ਕੈਪਟਨ ਅਮਰਿੰਦਰ ਸਿੰਘ ਦਾ ਰਾਜ 5 ਸਾਲ ਰਿਹਾ, ਉਹਨਾਂ ਨੇ ਸਿਰਫ 9 ਕਰੋੜ ਹੀ ਵੰਡੀ ਆ। ਸਰਕਾਰ ਨੇ ਫੈਸਲਾ ਲਿਆ ਸੀਗਾ ਕਿ ਜਿਹੜੇ ਕਿਸਾਨ ਖੁਦਕੁਸ਼ੀ ਕਰਨਗੇ ਕਰਜ਼ੇ ਤੋਂ ਤੰਗ ਆ ਕੇ, ਉਹਨਾਂ ਕਿਸਾਨਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਮੁਆਵਜ਼ਾ ਮਿਲਿਆ ਕਰੂਗਾ। ਫਿਰ ਪਿਛਲੀ ਸਰਕਾਰ ਨੇ ਮੁਆਵਜ਼ਾ ਵਧਾ ਕੇ 3 ਲੱਖ ਕਰ ਦਿੱਤਾ, ਤੇ ਨਾਲ ਇਹ ਸੀ ਕਿ ਇੱਕ ਜਿਹੜਾ ਮੈਂਬਰ ਆ ਸਰਕਾਰ ਪਰਿਵਾਰ ਦਾ ਉਹਨੂੰ ਸਰਕਾਰੀ ਨੌਕਰੀ ਮਿਲਿਆ ਕਰੂਗੀ। ਪਰ ਹੁਣ ਨਾ ਤਾਂ ਇਹ ਸਰਕਾਰ ਨੇ ਜਾਂ ਕੈਪਟਨ ਸਰਕਾਰ ਨੇ ਸਿਰਫ 9 ਕਰੋੜ ਦਿੱਤਾ, ਆਪਾਂ ਕਹਿ ਲਈਏ ਕੋਈ ਮੁਆਵਜ਼ਾ ਮਿਲਿਆ, ਤੇ ਨਾ ਹੀ ਜਿਹੜੀ ਕੋਈ ਸਰਕਾਰੀ ਨੌਕਰੀ ਦਿੱਤੀ ਆ। ਹੁਣ ਇਹਦੇ ਵਿੱਚ ਜਿਹੜੇ ਹੈਗੇ ਨੇ ਕੁਲਦੀਪ ਸਿੰਘ ਧਾਲੀਵਾਲ, ਜਿਨ੍ਹਾਂ ਕੋਲੇ ਖੇਤੀਬਾੜੀ ਮਹਿਕਮਾ ਹੈ, ਉਹਨਾਂ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਕਿ ਸਾਡੇ ਕੋਲੇ ਕੋਈ ਜਿਹਾ ਕੇਸ ਤਾਂ ਨਹੀਂ ਆਇਆ ਹੈਗਾ ਜਿਹੜਾ ਪੈਂਡਿੰਗ ਹੋਵੇ, ਪਰ ਜੇ ਤੁਸੀਂ ਕਹਿੰਦੇ ਹੋ ਕਿ ਕਿਸਾਨਾਂ ਨੂੰ ਮੁਆਵਜ਼ਾ ਪਰਿਵਾਰਾਂ ਨੂੰ ਨਹੀਂ ਮਿਲਿਆ ਹੈਗਾ, ਤਾਂ ਸਾਡੇ ਕੋਲ ਜਿਹੜਾ ਖੇਤੀਬਾੜੀ ਫੰਡ ਆ ਨਾ, ਅਸੀਂ ਉਹਦੇ ਵਿੱਚ ਮੁਆਵਜ਼ਾ ਦੇ ਦਾਂਗੇ। ਸੋ ਇਹ ਮਤਲਬ ਇੱਕ ਜਿਹੜੀ ਇਹ ਗੱਲ ਚੁੱਭਦੀ ਤਾਂ ਤੁਹਾਨੂੰ ਕਾਫੀ ਸਾਰੀ ਹੈ ਕਿ ਤੁਸੀਂ ਖੇਤੀ ਲਈ ਐਡਾ ਵੱਡਾ ਬਜਟ ਅਲਾਟ ਕਰਤਾ, ਔਰ ਤੁਹਾਨੂੰ ਪਤਾ ਕਿ ਸਾਡੇ ਸੂਬੇ ਦੀ ਮੁੱਖ ਸਮੱਸਿਆ ਜਿਹੜੀ ਆ ਘੱਟੋ ਘੱਟ ਬਹੁਤ ਜ਼ਿਆਦਾ ਮਾਲਵੇ ਵਿੱਚ ਕਿਸਾਨ ਸੁਈਸਾਈਡ ਕਰ ਰਹੇ ਆ, ਇਸ ਕਰਕੇ ਮੌਤ ਨੂੰ ਗਲੇ ਲਾ ਰਹੇ ਆ, ਪਰ ਤੁਸੀਂ ਉਹਨਾਂ ਲਈ ਮੁਆਵਜ਼ੇ ਦੀ ਰਕਮ ਜਿਹੜੀ ਕੋਈ ਰੱਖੀ ਨਹੀਂ ਹੈਗੀ। ਫਿਰ ਜਦੋਂ ਜਿਹੜੀ ਆ ਮਾਲ ਵਿਭਾਗ ਦੇ ਪ੍ਰਿੰਸੀਪਲ ਸਕੱਤਰ KPC ਨਾਲ ਗੱਲ ਕੀਤੀ ਤਾਂ ਉਹ ਇਹ ਕਹਿੰਦੇ ਸੀਗੇ ਕਿ ਸਾਡੇ ਕੋਲੇ ਕੋਈ ਕੇਸ ਨਹੀਂ ਪਿਆ, ਜਾਂ ਇਹ ਜਿਹੜੀ ਜਾਣਕਾਰੀ ਹੈ DC ਨੂੰ ਦੇਣੀ ਹੁੰਦੀ ਆ ਕਿ DC ਨੇ ਸਾਰੀ ਤਫਤੀਸ਼ ਕਰਨੀ ਹੁੰਦੀ ਆ ਕਿ ਕਿਸ ਕਿਸਾਨ ਨੇ ਖੁਦਕੁਸ਼ੀ ਕੀਤੀ ਆ, ਕਿੰਨਾ ਕਰਜ਼ਾ ਸੀਗਾ, ਕਿੰਨੀ ਜ਼ਮੀਨ ਸੀ, ਕਿੰਨੇ ਚਿਰ ਤੋਂ ਸੀਗਾ, ਤੇ ਸਾਨੂੰ ਕੋਈ DC ਨੇ ਕੇਸ ਨਹੀਂ ਭੇਜਿਆ। ਤੇ ਜੇ DC ਕੇਸ ਭੇਜ ਦਿੰਦੇ ਸਾਨੂੰ ਤਾਂ ਅਸੀਂ ਜਿਹੜਾ ਆ ਉਹ ਅਦਾਇਗੀ ਕਰ ਦਾਂਗੇ, ਚਾਹੇ ਸਾਡੇ ਕੋਲੇ ਫੰਡ ਹੋਵੇ ਤਾਂ ਅਸੀਂ ਦੂਜੇ ਜਿਹੜੇ ਹੈਡ ਆ ਉਹਨਾਂ ਵਿੱਚੋਂ ਲੈ ਕੇ ਕਰ ਸਕਦੇ ਹਾਂ। ਪਰ ਮੈਨੂੰ ਇੰਝ ਲੱਗਦਾ ਕਿ ਜਿਵੇਂ ਤੁਸੀਂ ਕਿਹਾ ਕਿ ਕਿਸਾਨ ਜਿਹੜਾ ਪੂਰੇ ਦੇਸ਼ ਦਾ ਢਿੱਡ ਭਰਦਾ, ਤੇ ਮੈਂ ਇਹ ਤੋਂ ਅੱਗੇ ਵੀ ਕਹਿੰਦਾ ਕਿ ਕਿਸਾਨ ਜਿਹੜਾ ਦਿਨ ਰਾਤ ਸੱਪਾਂ ਦੀਆਂ ਸਿਰੀਆਂ ਮਿੰਦਦੀਆਂ ਫਿਰਦਾ, ਕਿਸਾਨ ਜਿਹਦੇ ਬਾਰੇ ਕਿਹਾ ਜਾਂਦਾ ਕਿ ਜੱਟਾ ਤੇਰੀ ਜੂਨ ਬੁਰੀ, ਹਲ ਛੱਡ ਕੇ ਚਰੀ ਨੂੰ ਜਾਵੇਂ, ਉਹ ਕਿਸਾਨ ਮਤਲਬ ਆਪਣੇ ਪਰਿਵਾਰ ਦਾ ਪੇਟ ਪਾਲਣ ਤੋਂ ਵੀ ਆਵਾਜ਼ ਆ ਰਿਹਾ। ਉਹਨੂੰ ਕੋਈ ਜਦੋਂ ਕੁਛ ਆਸ ਦੀ ਕਰਨ ਨਹੀਂ ਦੱਸੀ ਜਾ ਕਿ ਕਰਜ਼ਾ ਕਿਵੇਂ ਉਤਰੂਗਾ, ਤਾਂ ਉਹ ਮੌਤ ਨੂੰ ਗਲੇ ਲਾ ਰਿਹਾ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਸਿਰਫ ਇੱਕ ਜਿਹੜੇ ਵੱਡੀ ਕਿਸਮ ਦੇ ਜਿਹੜੀ ਉਮਰ ਦੇ ਕਿਸਾਨ ਆ ਉਹਨਾਂ ਨੇ ਨਹੀਂ, ਸਗੋਂ ਨੌਜਵਾਨ ਮੁੰਡੇ ਜਿਨ੍ਹਾਂ ਕੋਲੇ ਫਿਊਚਰ ਹੁੰਦਾ ਅਜੇ, ਜਦੋਂ ਉਹਨਾਂ ਨੂੰ ਵੀ ਕੋਈ ਲੱਗਦਾ ਕਿ ਉਹਨਾਂ ਦਾ ਫਿਊਚਰ ਜਿਹੜਾ ਭਵਿੱਖ ਆ ਹਨੇਰਾ ਹੀ ਆ, ਤਾਂ ਉਹ ਮੌਤ ਨੂੰ ਗਲੇ ਜਿਹੜਾ ਆ ਉਹ ਲਗਾ ਲੈਂਦੇ ਆ। ਪਰ ਦੁੱਖ ਇਹ ਕਿ ਜਿਹੜੇ ਕਿਸਾਨਾਂ ਨੂੰ ਲੈ ਕੇ ਸਰਕਾਰਾਂ ਸੀਰੀਅਸ ਨਹੀਂ ਹੈਗੀਆਂ, ਚਾਹੇ ਉਹ ਰਾਜ ਸਰਕਾਰ ਹੋਵੇ ਤੇ ਚਾਹੇ ਉਹ ਕੇਂਦਰ ਸਰਕਾਰ ਹੋਵੇ। ਜੀ ਗੱਲ ਜਿਹੜੀ ਆ ਕਿਸਾਨਾਂ ਦੇ ਲਈ ਅਸੀਂ ਕਰ ਰਹੇ ਹਾਂ, ਪਰ ਮੈਂ ਇੱਕ ਜਿਹੜਾ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਮੁੱਦਾ ਪੰਜਾਬੀ ਯੂਨੀਵਰਸਿਟੀ, ਤਾਂ ਪੰਜਾਬੀ ਯੂਨੀਵਰਸਿਟੀ ਨੂੰ ਲੈ ਕੇ ਵੀ ਹਰ ਵਾਰ ਜਿਹੜਾ ਕਈ ਚਰਚਾਵਾਂ ਛਿੜ ਕੇ ਹੀ ਰਹਿ ਜਾਂਦੀਆਂ ਨੇ, ਪਰ ਕਈ ਤਰ੍ਹਾਂ ਦੇ ਮੁੱਦੇ ਆ ਜਿਹੜੇ ਅੱਜ ਵੀ ਪੰਜਾਬੀ ਯੂਨੀਵਰਸਿਟੀ ਦੇ ਨਾਲ ਜੁੜੇ ਹੋਏ ਹੱਲ ਨਹੀਂ ਹੋ ਪਾ ਰਹੇ। ਦੇਖੋ ਮਮਤਾ ਜੀ, ਪਿਛਲੇ ਦਿਨੀ ਜਦੋਂ ਬਜਟ ਵਿੱਚ ਸਿਰਫ 164 ਕਰੋੜ ਰੱਖੇ ਗਏ ਸੀ ਪੰਜਾਬੀ ਯੂਨੀਵਰਸਿਟੀ ਲਈ, ਉਦੋਂ ਬਾਅਦ ਕਾਫੀ ਜਿਹੜਾ ਹੋ ਹੱਲਾ ਮਚ ਗਿਆ ਸੀ। ਸਭ ਤੋਂ ਵੱਡਾ ਧਮਾਕਾ ਉਦੋਂ ਹੋ ਗਿਆ ਜਦੋਂ ਯੂਨੀਵਰਸਿਟੀ ਦੇ VC ਜਿਹੜੇ ਪ੍ਰੋਫੈਸਰ ਅਰਵਿੰਦ ਹੈਗੇ ਨੇ, ਉਹਨਾਂ ਨੇ ਇੱਕ ਤਰ੍ਹਾਂ ਹੱਥ ਖੜੇ ਕਰਤੇ, ਜਾਂ ਉਹਨਾਂ ਨੇ ਦੱਬਵੇਂ ਸ਼ਬਦੀ ਇਹ ਕਹਿ ਦਿੱਤਾ ਕਿ ਜੇ ਸਰਕਾਰ ਪੈਸੇ ਨਹੀਂ ਦਿੰਦੀ ਤਾਂ ਯੂਨੀਵਰਸਿਟੀ ਨਹੀਂ ਚੱਲੂਗੀ। ਉਹਨੂੰ ਲੈ ਕੇ ਯੂਨੀਵਰਸਿਟੀ ਦਾ ਗੇਟ ਬੰਦ ਹੋ ਗਿਆ, ਧਰਨੇ ਹੋ ਗਏ, ਸਟ੍ਰਾਈਕ ਹੋ ਗਏ, ਜਿਹਦੇ ਵਿੱਚ ਟੀਚਰ ਵੀ ਸ਼ਾਮਲ ਹੋ ਗਏ, ਨਾਨ ਟੀਚਰ ਵੀ ਸ਼ਾਮਲ ਹੋ ਗਏ, ਤੇ ਵਿਦਿਆਰਥੀ ਵੀ। ਉਸ ਤੋਂ ਬਾਅਦ ਕੱਲ ਹਰਪਾਲ ਸਿੰਘ ਚੀਮਾ ਖਜ਼ਾਨਾ ਮੰਤਰੀ ਜਿਹੜੇ ਕਿ ਉਸ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਆ, ਉਹ ਕੱਲ ਪ੍ਰੋਫੈਸਰ ਅਰਵਿੰਦ VC ਨਾਲ ਮੁਲਾਕਾਤ ਕਰਨ ਲਈ ਪਹੁੰਚ ਗਏ। ਹੁਣ ਚੀਮਾ ਨੇ ਇਹ ਕਹਿ ਦਿੱਤਾ ਕਿ ਪਿਛਲੀਆਂ ਸਰਕਾਰਾਂ ਕਿਉਂਕਿ 200 ਕਰੋੜ ਦਿੰਦੀਆਂ ਸੀਗੀਆਂ, ਅਸੀਂ ਤੁਹਾਨੂੰ 200 ਕਰੋੜ ਦੇ ਦਾਂਗੇ। ਪਰ ਇਹਦੇ ਨਾਲ ਜਿਹੜੀ ਯੂਨੀਵਰਸਿਟੀ ਆ ਉਹਦੀ ਤਸੱਲੀ ਨਹੀਂ ਹੋਈ ਹੈਗੀ, ਕਿਉਂਕਿ 468 ਕਰੋੜ ਤਨਖਾਹਾਂ ਆ, 200 ਕਰੋੜ ਹੋਰ ਖਰਚੇ ਆ, ਸੋ ਪੌਣੇ 700 ਕਰੋੜ ਚਾਹੀਦਾ ਹੁੰਦਾ। ਤੇ ਜੇ ਪੌਣੇ 700 ਕਰੋੜ ਚੋਂ ਤੁਸੀਂ 200 ਕਰੋੜ ਇਹ ਦੇ ਦੋਗੇ, ਤੇ 200 ਕਰੋੜ ਜਿਹੜਾ ਆ ਤੁਹਾਨੂੰ ਯੂਨੀਵਰਸਿਟੀ ਦੀ ਆਪਣੀ ਆਮਦਨ ਆ, ਤਾਂ ਜੇ ਪੌਣੇ 700 ਚੋਂ 400 ਕਰੋੜ ਕਰਦੀ ਹੈ ਤਾਂ ਪੌਣੇ 300 ਕਰੋੜ ਜਿਹੜਾ ਉਹ ਕਿੱਥੋਂ ਪੂਰਾ ਕਰਨਾ। ਸੋ ਇਹ ਜਿਹੜਾ ਚੀਮੇ ਨੇ ਇੱਕ ਆਪਣੇ ਗਲੋਂ ਫਿਰ ਗੱਲ ਆਤੀ ਕਿ ਅਸੀਂ 19 ਮਦਦ ਦਿੰਦੇ ਜਿੰਨਾ ਜਿਹੜੀ ਆ ਪਿਛਲੀ ਸਰਕਾਰਾਂ ਦਿੰਦੀਆਂ ਰਹੀਆਂ, ਪਰ ਜੇ ਤੁਸੀਂ ਉਹ ਪਿਛਲੀਆਂ ਸਰਕਾਰਾਂ ਦੇ ਰਾਹੇ ਚੱਲਣਾ, ਫਿਰ ਤੁਸੀਂ ਸਾਨੂੰ ਇਹ ਕਹਿਣ ਦੀ ਕੀ ਲੋੜ ਪਈ ਸੀ ਕਿ ਮੈਂ ਤਾਂ ਹੈਰਾਨ ਹੋ ਗਿਆ ਕਿ ਕਰਜ਼ਾ ਜਿਹੜਾ ਆ ਉਹ ਜਿਹੜੀ ਸਿੱਖਿਆ ਉਹ ਵੀ ਕਰਜ਼ੇ ਨਾਲ ਦੱਬੀ ਪਈ ਆ, ਤੇ ਮੈਂ ਸਿੱਖਿਆ ਨੂੰ ਕਰਜ਼ੇ ਥੱਲੇ ਨਹੀਂ ਰਹਿਣ ਦਊਂਗਾ। ਪਰ ਹੁਣ ਜਦੋਂ ਜਿਹੜੀ ਯੂਨੀਵਰਸਿਟੀ ਆ ਉਹਨਾਂ ਨੇ ਇਹ ਕਹਿ ਦਿੱਤਾ ਕਿ ਅਸੀਂ ਉਨਾ ਚਿਰ ਇਹ ਧਰਨਾ ਨਹੀਂ ਚੁੱਕਾਂਗੇ ਜਿੰਨਾ ਚਿਰ ਸਾਨੂੰ ਤੁਸੀਂ ਜਿਹੜੀ ਪੂਰੀ ਹੈਗੀ ਆ ਅਮਦਾਦ, ਜਿਹੜੀ ਪੂਰੀ ਗ੍ਰਾਂਟ ਆ, ਉਹਦਾ ਜਿਹੜਾ ਬਿੱਲ ਆ ਸਾਨੂੰ ਨਹੀਂ ਭੇਜਦੇ, ਲਿਖਤੀ ਤੌਰ ਤੇ ਸਾਨੂੰ ਜਿਹੜਾ ਪੈਸਾ ਆ ਉਹ ਨਹੀਂ ਆ ਜਾਂਦਾ। ਸੋ ਸਰਕਾਰ ਜਿਹੜੀ ਇਸ ਸੰਕਟ ਨੂੰ ਟਾਲਣ ਦੀ ਕੋਸ਼ਿਸ਼ ਕਰਦੀ ਸੀ, ਇਸ ਸੰਕਟ ਵਿੱਚ ਫਸੀ ਹੋਈ ਹੈ। ਮੈਂ ਤੁਹਾਨੂੰ ਇਹ ਦੱਸਦਾ ਕਿ ਪਿਛਲੀ ਸਰਕਾਰ ਵੇਲੇ ਹੀ
ਜੀ। BS ਘੁੰਮਣ ਜਿਹੜੇ ਵਾਈਸ ਚਾਂਸਲਰ ਸੀਗੇ ਉਹਨਾਂ ਨੇ ਅਸਤੀਫਾ ਇਸ ਕਰਕੇ ਦੇ ਦਿੱਤਾ ਸੀਗਾ ਕਿ ਪੈਸੇ ਨਹੀਂ ਸੀ ਆ ਰਹੇ। ਤੇ ਹੁਣ ਜੇ ਯੂਨੀਵਰਸਿਟੀ ਕੋਲੇ ਪੈਸੇ ਨਹੀਂ ਆ ਰਹੇ ਤਾਂ ਉਹ ਪ੍ਰੋਫੈਸਰ ਜਿਹੜੇ PhD ਕਰਕੇ ਇੰਨਾ ਸਮੇਂ ਇੰਨਾ ਖਰਚਾ ਕਰਕੇ ਲੱਖਾਂ ਕਰੋੜਾਂ ਦੀ ਪੜ੍ਹਾਈ ਕਰਕੇ ਇੱਥੇ ਬੈਠੇ ਆ, ਉਹਨਾਂ ਨੂੰ ਤੁਹਾਨੂੰ ਮਹੀਨੇ ਦੀ ਤਨਖਾਹ ਵੀ ਨਹੀਂ ਮਿਲਣੀ ਹੈਗੀ। ਤੇ ਵਿਦਿਆਰਥੀ ਜਿਹੜੇ ਇੰਨੇ ਪੈਸੇ ਖਰਚ ਕੇ ਫੀਸਾਂ ਤਾਰ ਕੇ ਇੱਥੇ ਆਉਂਦੇ ਆ, ਉਹਨਾਂ ਨੂੰ ਤੁਸੀਂ ਪੜ੍ਹਾਈ ਵੀ ਨਹੀਂ ਕਰਾਈ ਸਕਣੀ ਹੈਗੀ ਤੇ ਹੜਤਾਲਾਂ ਰਹਿਣੀਆਂ, ਸਟ੍ਰਾਈਕਾਂ ਰਹਿਣੀਆਂ, ਯੂਨੀਵਰਸਿਟੀ ਬੰਦ ਰਹਿਣੀ ਆ। ਤਾਂ ਫਿਰ ਇਹੀ ਜਿਹੜੀ ਐਜੂਕੇਸ਼ਨ ਆ ਉਹਦਾ ਕੀ ਫਾਇਦਾ? ਸਭ ਤੋਂ ਵੱਡੀ ਗੱਲ ਉਹ ਵੀ ਦੱਸਦਾ ਕਿ ਯੂਨੀਵਰਸਿਟੀ ਜਿਹੜੀ ਆ ਸਿਰਫ ਜੇ ਪੈਸਾ ਨਹੀਂ ਹੈਗਾ ਤਾਂ ਇਹ ਯਾਨੀ ਯੂਨੀਵਰਸਿਟੀ ਦਾ ਕੰਮ ਨਹੀਂ ਰੁਕਦਾ ਹੈਗਾ। ਯੂਨੀਵਰਸਿਟੀ ਦੇ ਨਾਲ ਆਪਣੇ ਜਿਹੜੇ 13 ਕੰਸਟੀਚੁਐਂਟੀ ਕਾਲਜ ਵੀ ਹੈਗੇ ਆ, ਯੂਨੀਵਰਸਿਟੀ ਕੋਲੇ ਜਿਹੜੇ ਆ ਉਹ 2-3 ਰੀਜਨਲ ਸੈਂਟਰ ਵੀ ਹੈਗੇ ਆ, ਉਹ ਸਾਰਿਆਂ ਦਾ ਕੰਮ ਜਿਹੜਾ ਆ ਉਹ ਪ੍ਰਭਾਵਿਤ ਹੋ ਜਾਊਗਾ, ਰੁਕ ਜਾਊਗਾ। ਮੈਂ ਤਾਂ ਇਹ ਦੱਸਦਾ ਕਿ ਯੂਨੀਵਰਸਿਟੀ ਕੋਲ ਕੋਈ 2 ਲੱਖ ਦੇ ਕਰੀਬ ਬੱਚੇ ਜਿਹੜੇ ਪੜ੍ਹਦੇ ਆ, ਮਤਲਬ ਮਾਲਵੇ ਦੇ ਪਿੰਡਾਂ ਲਈ ਇਹ ਜਿਹੜਾ ਇੱਕ ਸਿੱਖਿਆ ਦਾ ਮੱਕਾ ਆ। ਸੋ ਸਰਕਾਰ ਦਾ ਖਹਿੜਾ ਨਹੀਂ ਸੁੱਟਣਾ ਹੈ, ਸਰਕਾਰ ਨੂੰ ਪੈਸੇ ਦੇਣੇ ਪੈਣਗੇ ਜਾਂ ਫਿਰ ਜਿਹੜੀ ਯੂਨੀਵਰਸਿਟੀ ਆ ਇਹ ਬੰਦ ਕਰ ਪਊਗੀ। ਜੇ ਯੂਨੀਵਰਸਿਟੀ ਬੰਦ ਕਰਨ ਦੀ ਆ ਤਾਂ ਸਰਕਾਰ ਦੇ ਮੱਥੇ ਉੱਤੇ ਤੋਂ ਵੱਡਾ ਕਲੰਕ ਜਿਹੜਾ ਆ ਹੋਰ ਕੋਈ ਨਹੀਂ ਹੋ ਸਕਦਾ। ਜੀ ਬਹੁਤ ਬਹੁਤ ਧੰਨਵਾਦ। ਤਾਂ ਜਿਵੇਂ ਕਿ ਦੇਸ਼ ਤੇ ਸੂਬੇ ਦੇ ਨਾਲ ਜੁੜੇ ਅਹਿਮ ਤੇ ਗੰਭੀਰ ਮੁੱਦਿਆਂ ਨੂੰ ਲੈ ਕੇ ਹਮੇਸ਼ਾ ਹੀ ਚਰਚਾ ਕੀਤੀ ਜਾਂਦੀ ਹੈ। ਅੱਜ ਵੀ ਬਨਵੈਦ ਜੀ ਦੇ ਵੱਲੋਂ ਨਿਰਪੱਖ ਜਿਹੜੀ ਚਰਚਾ ਕੀਤੀ ਜਾਂਦੀ ਹੈ। ਤੇ ਗੱਲ ਕਰੀਏ SIT ਦੀ ਜਿਹੜੀ ਰਿਪੋਰਟ ਸਾਹਮਣੇ ਆਈ ਹੈ, ਉਸ ਤੋਂ ਬਾਅਦ ਜਿਵੇਂ ਕਿ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ, ਪਰ ਉੱਥੇ ਹੀ ਇਹ ਜ਼ਰੂਰ ਦੇਖਣਾ ਬਣਦਾ ਹੈ ਕਿ ਜਿਵੇਂ ਬਨਵੈਦ ਜੀ ਨੇ ਜ਼ਿਕਰ ਕੀਤਾ ਭਈ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ SIT ਦੀਆਂ ਰਿਪੋਰਟਸ ਬਣ ਚੁੱਕੀਆਂ ਨੇ, ਪਰ ਇਹਦਾ ਮਤਲਬ ਇਹ ਨਹੀਂ ਕਿ ਜਿਹੜਾ ਆ ਗੱਲ ਗ੍ਰਿਫਤਾਰੀ ਤੱਕ ਪਹੁੰਚ ਜਾਵੇ ਜਾਂ ਫਿਰ ਇਸੇ ਹੀ SIT ਦੇ ਆਧਾਰ ਦੇ ਉੱਤੇ ਅਦਾਲਤ ਫੈਸਲਾ ਲੈ ਲਵੇ, ਕਿਉਂਕਿ ਅਦਾਲਤ ਦੇ ਵੱਲੋਂ ਬਹੁਤ ਸਾਰੇ ਪੱਖ ਇਸ ਨੂੰ ਲੈ ਕੇ ਦੇਖੇ ਜਾਣਗੇ। ਪਰ ਅਜਿਹੇ ਦੇ ਵਿੱਚ ਜ਼ਿਕਰ ਇਹ ਬਣਦਾ ਹੈ ਕਿ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਸ ਸਮੇਂ ਦੀ ਸਰਕਾਰ ਜਾਣੀ ਬਾਦਲ ਦੀ ਜਿਹੜੀ ਸਰਕਾਰ ਸੀ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ, ਉਹਨਾਂ ਦੇ ਵੱਲੋਂ ਸ਼ਾਇਦ ਉਸੇ ਵੇਲੇ ਇਹ ਮਾਮਲਾ ਸੁਲਝਾ ਲਿਆ ਜਾਂਦਾ ਤਾਂ ਅੱਜ ਤੱਕ ਹਜੇ ਤੱਕ ਜਿਹੜਾ ਆ ਵਿਰੋਧੀਆਂ ਦੇ ਜਿਹੜੇ ਤੰਜ ਕੱਸੇ ਜਾ ਰਹੇ ਨੇ ਉਹਨਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਉੱਥੇ ਹੀ ਪੰਜਾਬੀ ਯੂਨੀਵਰਸਿਟੀ ਦਾ ਚਾਹੇ ਮਸਲਾ ਹੋਵੇ ਜਾਂ ਫਿਰ ਅਨਦਾਤਾ ਯਾਨੀ ਕਿਸਾਨਾਂ ਦਾ ਮਸਲਾ ਹੋਵੇ। ਮਮਤਾ ਜੀ ਇੱਕ ਗੱਲ ਜਿਹੜੀ ਜ਼ਰੂਰ ਕਰਨੀ ਭੁੱਲ ਰਹਿ ਗਈ, ਮੈਂ ਜ਼ਰੂਰੀ ਕਰਨੀ ਚਾਹੁੰਦਾ, ਇੱਕ ਵਾਰ ਮਨ ਵਿੱਚ ਬਾਰ-ਬਾਰ ਆਉਂਦੀ ਹੈ ਇਹ ਗੱਲ ਕਿ ਸਭ ਤੋਂ ਵੱਡੀ ਬਾਦਲਾਂ ਦੀ ਭੁੱਲ ਇਹ ਸੀਗੀ ਜੀ ਕਿ ਤੁਸੀਂ ਸ਼ਾਂਤਮਈ ਸੰਗਤ ਜਿਹੜੀ ਗੁਰੂ ਸਾਹਿਬ ਦਾ ਜਾਪ ਕਰਦੀ ਸੀਗੀ ਤੁਸੀਂ ਉਹਦੇ ਤੇ ਗੋਲੀਆਂ ਚਲਾਤੀਆਂ। ਜੇ ਤੁਸੀਂ ਆਪਾਂ ਕੌਮੀ ਇਨਸਾਫ ਮੋਰਚੇ ਦੀ ਗੱਲ ਕਰ ਲਈਏ ਜਿੱਥੇ ਕਾਫੀ ਨੌਜਵਾਨ ਤਪੇ ਹੋਏ ਫਿਰਦੇ ਆ, ਜਿੱਥੇ ਤੁਹਾਨੂੰ ਜਿਹੜੀ ਆ ਉਹ ਜਿਹੜੀ ਉਹਦੀ ਆਪਾਂ ਕਹਿ ਸਕਦੇ ਹਾਂ ਕਿ ਦਿਸ ਰਿਹਾ ਕਿ ਉੱਥੇ ਜਿਹੜੇ ਨੌਜਵਾਨ ਆ ਹਥਿਆਰਬੰਦ ਵੀ ਘੁੰਮਦੇ ਆ ਜਾਂ ਉਹ ਗਰਮ ਨਾਰ ਵੀ ਲਾਉਂਦੇ ਆ, ਪਰ ਜਿਹੜਾ ਬਾਈਬਲ ਕਲਾ ਸੰਗਤ ਸੀ ਬੈਠੀ ਉਹ ਤਾਂ ਰਾਤ ਨੂੰ ਜਾਪ ਕਰ ਰਹੀ ਸੀਗੀ। ਸੋ ਜੇ ਤੁਸੀਂ ਜਾਪ ਕਰ ਰਹੀ ਸੰਗਤ ਉੱਤੇ ਗੋਲੀਆਂ ਚਲਾਉਂਦੇ ਹੋ ਔਰ 2 ਸਿੰਘਾਂ ਨੂੰ ਸ਼ਹੀਦ ਕਰਦੇ ਹੋ ਤਾਂ ਮੈਨੂੰ ਲੱਗਦਾ ਇਹਦੇ ਲਈ ਜਿਹੜੀ ਮੁਆਫੀ ਆ ਉਹ ਸੱਜਣ ਕੀਤੇ ਨਹੀਂ ਹੁੰਦੀ। ਔਰ ਆਪਾਂ ਭੁੱਲ ਜਿਹੜੀ ਆ ਆਪਾਂ ਇਹਨੂੰ ਭੁੱਲ ਨੂੰ ਜੀ ਆਮ ਭੁੱਲ ਜਿਹੜੀ ਆ ਉਹ ਨਹੀਂ ਕਹਿ ਸਕਦੇ। ਮਤਲਬ ਸਭ ਤੋਂ ਵੱਡਾ ਜਿਹੜਾ ਦੁਖਾਂਤ ਕਹਿ ਲਈਏ ਜਾਂ ਬਾਦਲਾਂ ਸਿਰ ਕਲੰਕ ਕਹਿ ਲਈਏ, ਦੁੱਖ ਕਹਿ ਲਈਏ, ਉਹ ਇਹ ਆ ਕਿ ਇਹਨਾਂ ਨੇ ਸ਼ਾਂਤਮਈ ਰੋਸ ਕਰਦੀ ਸੰਗਤ ਉੱਤੇ ਜਿਹੜੀਆਂ ਗੋਲੀਆਂ ਭਰਾਤੀਆਂ ਸੀਗੀਆਂ ਔਰ ਉਹ ਆਪਣੇ ਕਿਸੇ ਨਿੱਜੀ ਮੰਗ ਲਈ ਨਹੀਂ ਸੀ ਬੈਠੇ, ਉਹ ਸਿਰਫ ਇਸ ਮੰਗ ਨੂੰ ਲੈ ਕੇ ਬੈਠੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਆ, ਬੇਹੁਰਮਤੀ ਹੋ ਰਹੀ ਆ, ਉਹਦੇ ਦੋਸ਼ੀ ਫੜ ਲਏ ਜਾਣ। ਜੀ। ਖੈਰ ਅਣਗਿਣਤ ਅਜਿਹੇ ਮੁੱਦੇ ਨੇ ਜਿਨ੍ਹਾਂ ਨੂੰ ਗੰਭੀਰਤਾ ਦੇ ਨਾਲ ਲੈਂਦੇ ਆ ਜਲਦ ਤੋਂ ਜਲਦ ਹੱਲ ਕਰਨਾ ਚਾਹੀਦਾ, ਪਰ ਇਹ ਹੱਲ ਸਰਕਾਰ ਦੇ ਵੱਲੋਂ ਕਦੋਂ ਕੀਤਾ ਜਾਵੇਗਾ ਇਹ ਕਹਿਣਾ ਤਾਂ ਮੁਸ਼ਕਲ ਹੈ। ਪਰ ਸਾਡੇ ਵੱਲੋਂ ਜਾਣਕਾਰੀ ਦੇਣ ਦੇ ਵਿੱਚ ਹਮੇਸ਼ਾ ਪਹਿਲ ਕਦਮੀ ਦਿਖਾਉਂਦਿਆਂ ਕੋਈ ਕਮੀ ਨਹੀਂ ਛੱਡੀ ਜਾਂਦੀ ਤੇ ਹਮੇਸ਼ਾ ਹੀ ਸਾਡੇ ਵੱਲੋਂ ਕੋਸ਼ਿਸ਼ ਜਿਹੜੀ ਆ ਉਹ ਜਾਰੀ ਰਹੇਗੀ। ਫਿਲਹਾਲ ਦੇ ਲਈ ਸਾਨੂੰ ਦੇ ਇਜਾਜ਼ਤ। ਸਤਿ ਸ੍ਰੀ ਅਕਾਲ, ਸ਼ੁਕਰੀਆ, ਮਿਹਰਬਾਨੀ।